हेलो स्टूडेंट्स, सब दा स्वागत है आप जी दे अपने चैनल ईजी क्लासेस ਦੇ ਉੱਪਰ। ਸੋ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਹਾਡਾ ਪੇਪਰ ਜਿਹੜਾ ਸੀਗਾ ਬੜਾ ਵਧੀਆ ਹੋਇਆ ਹੋਊਗਾ। ਹੁਣ ਅਸੀਂ 9th ਕਲਾਸ ਦਾ ਲੈ ਕੇ ਆਏ ਹਾਂ ਮਾਰਚ ਪ੍ਰੀਖਿਆ 2026 ਦਾ ਫਾਈਨਲ ਸਾਇੰਸ ਦਾ ਪੰਜਾਬੀ ਮੀਡੀਅਮ ਲਈ ਇੱਕ ਕੁਐਸਚਨ ਪੇਪਰ। ਇਹ ਹੈ ਸਾਡਾ ਰੀਅਲ ਸੈਂਪਲ ਪੇਪਰ, ਠੀਕ ਆ, ਯਾਨੀ ਕਿ ਇਹਨੂੰ ਤੁਸੀਂ ਸੈਂਪਲ ਪੇਪਰ ਦੇ ਤੌਰ ਤੇ ਯੂਜ਼ ਕਰਨਾ ਹੈ। ਓਕੇ, ਸੋ ਇਸ ਤੋਂ ਇਲਾਵਾ ਇਹ ਪਹਿਲੀ ਵੀਡੀਓ ਹੈ, ਦੂਜੀ ਵੀਡੀਓ ਵੀ ਜਿਹੜੀ ਹੈ ਜਲਦੀ ਅਪਲੋਡ ਕਰ ਦਿੱਤੀ ਜਾਏਗੀ। ਦੋ ਵੀਡੀਓਜ਼ ਨੂੰ ਦੇਖ ਲੈਣਾ ਤਾਂ ਕਿ ਤੁਹਾਡੇ ਅੱਛੇ ਮਾਰਕਸ ਜਿਹੜੇ ਆ ਉਹ ਪੱਕੇ ਹੋ ਸਕਣ ਜੀ। ਤਾਂ ਬੇਟੇ ਸਾਰੇ ਹੀ ਪੇਪਰ ਹੱਲ ਕਰਾਇਆ, ਜਾਂ ਵਾਲੇ ਪ੍ਰਸ਼ਨ ਵੀ ਸੋਲਵ ਕਰਾਏ ਆ, ਤੇ ਸਾਰਾ ਹੀ ਪੇਪਰ ਤੁਹਾਨੂੰ ਨਾ ਇੱਕ ਤਾਂ ਤੁਸੀਂ ਆਪਣੀ ਕਾਪੀ ਦੀ ਵਰਡਿੰਗ ਲਿਖਦੇ ਹੋ ਤੇ ਈਜ਼ੀ ਕਲਾਸਿਸ ਤੁਹਾਨੂੰ ਈਜ਼ੀ ਨੋਟਸ ਪ੍ਰੋਵਾਈਡ ਕਰਾਏਗੀ ਅੱਜ ਇਸ ਵੀਡੀਓ ਵਿੱਚ। ਜੇਕਰ ਤੁਹਾਨੂੰ ਉਹ ਸੌਖੇ ਲੱਗਣ ਤਾਂ ਤੁਸੀਂ ਉਹ ਵੀ ਯਾਦ ਕਰ ਸਕਦੇ ਹੋ, ਠੀਕ ਹੈ। ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਕਰਨੇ ਆ, ਪਰ ਜਿਹੜੇ ਅੱਜ ਦੀ ਇਸ ਵੀਡੀਓ ਦੇ ਨੋਟਸ ਆ ਉਹ ਤੁਹਾਨੂੰ ਮਤਲਬ ਤੁਸੀਂ ਪਹਿਲੀ ਵਾਰ ਉਹਨਾਂ ਨੋਟਸ ਨੂੰ ਦੇਖੋਗੇ ਤਾਂ ਜਲਦੀ ਮਤਲਬ ਉਹਨੂੰ ਚੰਗੀ ਤਰ੍ਹਾਂ ਜਲਦੀ ਯਾਦ ਕਰ ਲੈਣਾ, ਜਲਦੀ ਉਹਦੇ ਸਕਰੀਨਸ਼ਾਟ ਵੀ ਰੱਖ ਲੈਣਾ, ਠੀਕ ਹੈ। ਕਰਦੇ ਹਾਂ ਹੁਣ ਬੇਟਾ ਪਾਰਟ ਏ ਤੋਂ ਸ਼ੁਰੂ। ਇਹ ਸਾਰੇ ਹੀ ਜਿਹੜੇ ਪ੍ਰਸ਼ਨ ਆ ਜ਼ਰੂਰੀ ਆ, ਹਰੇਕ ਪ੍ਰਸ਼ਨ ਦਾ ਆਪਣੇ ਕੋਲ ਕੀ ਹੈ 1 ਮਾਰਕਸ ਆ। ਸੋ ਦੇਖੋ ਜੀ, ਆਪਣੇ ਕੋਲ ਪ੍ਰਸ਼ਨ ਪਹਿਲਾ ਕੀ ਆ, 25 ਡਿਗਰੀ ਸੈਲਸੀਅਸ ਤਾਪਮਾਨ ਨੂੰ ਕੈਲਵਿਨ ਵਿੱਚ ਬਦਲੋ। ਤਾਂ ਦੇਖੋ ਜਦ ਵੀ ਅਸੀਂ ਡਿਗਰੀ 'ਚ ਉਹ 'ਚ ਜਾਣਾ ਕੈਲਵਿਨ 'ਚ ਅਸੀਂ ਹਮੇਸ਼ਾ 273 ਪਲੱਸ ਕਰ ਦਈਦੀ ਆ ਡਿਗਰੀ, ਹੈ ਨਾ। तो अपने को डिग्री कितनी है 25 डिग्री है, तो 25 डिग्री में ऐड कर दो 3 ते 5 8 7 ते 2 9, यानी कि 298 कैलविन आ जाना अपने कोल, ठीक है। सो 298 कैलविन फर्स्ट ऑप्शन बिल्कुल ठीक है। सैकेंड क्वेश्चन बेटे अपने कोल, तो बेटा जेकर तुसीं साडे चैनल ते पहली बार विजिट कर रहे हो ना तो साडे चैनल सबसक्राइब जरूर कर देना, तां जो बाकी दे जिन्ने भी सैंपल पेपर है वो तुहानूं समय सिर प्राप्त हो सकन बेटे। ਕਰਦੇ ਹਾਂ ਜੀ ਸੈਕਿੰਡ ਕੁਐਸਚਨ। ਕਹਿੰਦਾ ਠੋਸ ਕਾਰਬਨ ਡਾਈਆਕਸਾਈਡ ਨੂੰ ਕੀ ਕਿਹਾ ਜਾਂਦਾ ਹੈ, ਖੁਸ਼ਕ ਬਰਫ਼, ਵਾਸ਼ਪੀਕਰਨ, ਗਿੱਲੀ ਬਰਫ਼ ਜਾਂ ਸੂਖਮ ਕਣ। ਸੋ ਜਿਹੜਾ ਠੋਸ ਕਾਰਬਨ ਆ ਬੇਟਾ ਉਹਨੂੰ ਅਸੀਂ ਕੀ ਕਹਿੰਦੇ ਆ, ਖੁਸ਼ਕ ਬਰਫ਼, ਠੀਕ ਹੈ। ਥਰਡ ਕੁਐਸਚਨ, ਪਦਾਰਥ ਦੇ ਸਭ ਤੋਂ ਛੋਟੇ ਕਣ ਨੂੰ ਕੀ ਕਿਹਾ ਜਾਂਦਾ ਹੈ, ਪਰਮਾਣੂ, ਅਣੂ, ਯੋਗਿਕ ਜਾਂ ਤੱਤ। ਸੋ ਜਿਹੜਾ ਸਭ ਤੋਂ ਛੋਟਾ ਕਣ ਹੈ ਉਹ ਹੁੰਦਾ ਐਟਮ, ਯਾਨੀ ਕਿ ਅਣੂ, ਠੀਕ ਹੈ, ਉਹਨੂੰ ਅਸੀਂ ਐਟਮ ਵੀ ਕਹਿੰਦੇ ਆ, ਠੀਕ ਹੈ। ਅੱਗੇ ਦੇਖਾਂਗੇ ਜੀ, ਕਹਿੰਦਾ ਚਾਂਦੀ ਯਾਨੀ ਕਿ ਸਿਲਵਰ ਦਾ ਜਿਹੜਾ ਆ ਪਰਮਾਣੂ ਚਿੰਨ੍ਹ ਕੀ ਹੈ, AU, AG, FE ਜਾਂ Na। ਮੈਂ ਤੁਹਾਨੂੰ ਦੱਸ ਦਿੰਦਾ, ਸਿਲਵਰ ਦਾ ਜਿਹੜਾ ਉਹ ਹੁੰਦਾ AG, AU ਦਾ ਹੁੰਦਾ ਆ ਗੋਲਡ ਯਾਨੀ ਕਿ ਸੋਨਾ, ਤੇ FE ਦਾ ਹੁੰਦਾ ਆ ਲੋਹੇ ਵਾਸਤੇ ਸਿੰਬਲ, Na ਦਾ ਹੁੰਦਾ ਜੀ ਸੋਡੀਅਮ ਵਾਸਤੇ, ਸੋਡੀਅਮ, ਠੀਕ ਹੈ। ਅੱਗੇ ਦੇਖੋ ਆਪਣੇ ਕੋਲ ਪੰਜਵਾਂ ਕੁਐਸਚਨ, ਕਾਰਬਨ ਤੱਤ ਦੀ ਸੰਯੋਜਕਤਾ ਡੈਸ਼ ਹੈ। ਸੰਯੋਜਕਤਾ ਪੁੱਛੀ ਆ। ਹੁਣ ਸੰਯੋਜਕਤਾ ਮੇਰਾ ਖਿਆਲ ਹੁੰਦੀ ਆ 6। ਖਰੇ ਸੰਯੋਜਕਤਾ ਮਤਲਬ ਜੇ ਵੈਲੈਂਸੀ ਹੁੰਦੀ ਆ, ਜੇ ਮੰਨ ਕੇ ਚੱਲਦੇ ਹਾਂ, ਮੈਨੂੰ ਹੁਣ ਇੰਗਲਿਸ਼ ਦੇ ਵਿੱਚ ਪਤਾ ਨਾ ਸੰਯੋਜਕਤਾ ਨੂੰ ਮਤਲਬ ਨਹੀਂ ਮੈਨੂੰ ਪਤਾ। ਦੇਖੋ ਸੰਯੋਜਕਤਾ ਦਾ ਮਤਲਬ ਜੇ ਵੈਲੈਂਸੀ ਆ ਤਾਂ 4 ਆ, ਠੀਕ ਆ, 4 ਹੀ ਹੋਣਾ ਵੈਸੇ ਇਸ ਦਾ ਆਨਸਰ। ਤੇ ਜੇ ਉਹਨਾਂ ਨੇ ਐਟੋਮਿਕ ਨੰਬਰ ਪੁੱਛਿਆ ਹੁੰਦਾ ਤਾਂ ਤੁਸੀਂ 6 ਲਗਾਉਣਾ ਸੀ, ਠੀਕ ਹੈ। ਅੱਗੇ ਸੋਡੀਅਮ ਦੀ ਇਲੈਕਟ੍ਰੋਨਿਕ ਵੰਡ ਕੀ ਹੈ। ਸੋ ਸੋਡੀਅਮ ਦਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 11 ਉਹਦਾ ਐਟੋਮਿਕ ਨੰਬਰ ਹੈ, ਤਾਂ ਉਹਦੀ ਵੰਡ ਕਰਾਂਗੇ ਤਾਂ 2, ਅਗਲੇ ਸ਼ੈਲ ਦੇ ਵਿੱਚ ਕਿੰਨੇ ਜਾਣੇ 8, ਉਸ ਤੋਂ ਅਗਲੇ ਸ਼ੈਲ 'ਚ ਕਿੰਨੇ ਜਾਣੇ 1। ਸੋ ਇਹ ਕਨਫੀਗਰੇਸ਼ਨ ਕਿਹੜੀ ਹੈ, ਦੂਜੀ ਆਪਸ਼ਨ 2 8 1 ਵਾਲੀ, ਠੀਕ ਹੈ। ਸੋ ਅੱਗੇ ਹੈਗਾ ਸੈੱਲ ਦੀ ਖੋਜ ਕਿਸ ਨੇ ਕੀਤੀ, ਪੜ੍ਹ ਲਓ। ਰੋਬਰਟ ਹੁੱਕ ਨੇ, ਇਸੈਕ ਨਿਊਟਨ ਨੇ, ਚਾਰਲਸ ਡਾਰਵਿਨ ਨੇ, ਜਾਂ ਇਹਨਾਂ 'ਚੋਂ ਕੋਈ ਨਹੀਂ। ਸੋ ਇਹ ਜਿਹੜੀ ਖੋਜ ਆ ਰੋਬਰਟ ਹੁੱਕ ਨੇ ਜਿਹੜੀ ਆ ਇਹ ਕੀਤੀ ਸੀ ਆਪਣੇ ਕੋਲ। ਅਗਲਾ ਕੁਐਸਚਨ ਹੈਗਾ 8ਵਾਂ ਕੁਐਸਚਨ, ਸੈੱਲ ਦੀ ਆਤਮਘਾਤੀ ਪੋਟਲੀ ਕਿਸ ਨੂੰ ਕਿਹਾ ਜਾਂਦਾ ਹੈ। ਸੈੱਲ ਦੀ ਬੇਟਾ ਜਿਹੜੀ ਆਤਮਘਾਤੀ ਪੋਤਲੀ ਜਿਹਨੂੰ ਆਪਾਂ ਸੁਸਾਈਡਲ ਬੈਗ ਵੀ ਕਹਿੰਦੇ ਆ, ਉਹ ਕਿਹੜਾ ਹੁੰਦਾ, ਮਾਈਟੋਕੌਂਡਰੀਆ, ਲਾਈਬੋਸੋਮ, ਪਲਾਸਟਿਡ ਜਾਂ ਪਰਮਾਣੂ। ਆਨਸਰ ਆ ਜਾਣਾ ਜੀ ਲਾਈਬੋਸੋਮਸ ਆਪਣੇ ਕੋਲ। ਅਗਲਾ ਕੁਐਸਚਨ ਕਰਾਂਗੇ 9ਵਾਂ ਹੈਗਾ, ਇੱਕੋ ਜਿਹੇ ਕਾਰਜ ਕਰਨ ਵਾਲੇ ਸੈੱਲਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ, ਟਿਸ਼ੂ, ਅੰਗ, ਪੇਸ਼ੀ ਜਾਂ ਸੈੱਲ। ਸੋ ਇੱਕੋ ਜਿਹੇ ਕਾਰਜ ਕਰਨ ਵਾਲੇ ਜਿਹੜੇ ਅੰਗ ਆ ਜੀ ਉਹਨੂੰ ਅਸੀਂ ਕੀ ਕਹਿੰਦੇ ਆ ਜੀ, ਟਿਸ਼ੂ, ਠੀਕ ਹੈ। ਅਗਲਾ ਆ ਪਾਣੀ ਦਾ ਪਰਿਵਾਹਨ ਕਿਸ ਟਿਸ਼ੂ ਰਾਹੀਂ ਹੁੰਦਾ ਆ ਜੀ, ਜਾਇਲਮ, ਫਲੋਇਮ, ਸਟੋਮੇਟਾ ਜਾਂ ਐਬਡਰਮਿਸ। ਸੋ ਇਹਨਾਂ ਦੇ ਵਿੱਚ ਜਿਹੜੀ ਰਾਈਟ ਆਨਸਰ ਆ ਜਾਣਾ ਆਪਣੇ ਕੋਲ ਆ ਜਾਣਾ ਜੀ ਜਾਇਲਮ, ਜਿਹੜਾ ਕਿ ਪਾਣੀ ਦਾ ਪ੍ਰਵਾਹ ਉਹ ਕਰਦਾ ਹੈ। ਅੱਗਾ ਹੈਗਾ ਜੀ 11ਵਾਂ ਕੁਐਸਚਨ, ਕਹਿੰਦਾ ਵਾਹਨਾਂ ਦਾ ਓਡੋਮੀਟਰ ਕੀ ਮਾਪਦਾ ਹੈ। ਸਪੀਡੋਮੀਟਰ ਸਪੀਡ ਮਾਪਦਾ ਹੈ, ਤੇ ਓਡੋਮੀਟਰ ਚਾਲ ਮਾਪਦਾ, ਦੂਰੀ ਮਾਪਦਾ, ਵੇਪ ਮਾਪਦਾ ਕਿ ਸਮਾਂ। ਸੋ ਓਡੋਮੀਟਰ ਜਿਹੜਾ ਹੈ ਬੇਟਾ ਉਹ ਆਪਣੇ ਕੋਲ ਦੂਰੀ ਦਾ ਬਾਅਦ ਦੱਸਦਾ ਕਿ ਜਿਹੜੀ ਕਾਰ ਆ ਜਾਂ ਫਿਰ ਵਹੀਕਲ ਆ ਕਿੰਨੇ ਦੂਰੀ ਤੇ ਜਿਹੜਾ ਆ ਉਹ ਚੱਲਿਆ ਹੈ ਹੱਲੇ ਤੱਕ। ਅਗਲਾ ਕੁਐਸਚਨ ਹੈਗਾ ਚੰਦ ਉੱਤੇ ਗੁਰਤੂਵੀ ਪ੍ਰਵੇਗ ਧਰਤੀ ਦਾ ਡੈਸ਼ ਹੁੰਦਾ ਹੈ। ਸੋ 1/6 ਗੁਣਾ ਹੁੰਦਾ ਹੈ, ਠੀਕ ਆ।
ਨੈਕਸਟ, ਗਤੀ ਦਾ ਕਿਹੜਾ ਨਿਯਮ ਜੜਤਾ ਦਾ ਨਿਯਮ ਹੈ? ਪਹਿਲਾ, ਦੂਜਾ, ਤੀਜਾ ਜਾਂ ਕੋਈ ਨਹੀਂ। ਸੋ ਗਤੀ ਦਾ ਜਿਹੜਾ ਨਿਯਮ ਜੜਤਾ ਦਾ ਆ ਉਹ ਕਿਹੜਾ ਆ ਜੀ? ਸੋ ਉਹ ਤੁਹਾਡੇ ਕੋਲ ਹੈਗਾ ਜੀ ਪਹਿਲਾ ਨਿਯਮ, ਇਨਰਸ਼ੀਆ ਵਾਲਾ। ਅਗਲਾ ਹੈਗਾ ਚਰਗਾਹ ਕਿਸ ਨਾਲ ਸੰਬੰਧਿਤ ਹੈ? ਮੱਛੀ ਪਾਲਣ, ਸ਼ਹਿਦ ਪਾਲਣ, ਮੁਰਗੀ ਪਾਲਣ ਜਾਂ ਇਹਨਾਂ ਵਿੱਚ ਕੋਈ ਨਹੀਂ। ਸੋ ਕਰੈਕਟ ਆਨਸਰ ਹੋ ਜਾਣਾ ਇਹਨਾਂ ਵਿੱਚ ਕੋਈ ਨਹੀਂ। ਅਗਲਾ ਦੇਖੋ 15ਵਾਂ ਕੁਐਸਚਨ ਆਪਾਂ ਨੂੰ ਕੀ ਕਹਿੰਦਾ ਜਦੋਂ ਕਿਸੇ ਵਸਤੂ ਤੇ ਬਲ ਲਗਾਇਆ ਜਾਂਦਾ ਹੈ ਤਾਂ ਵਸਤੂ ਦਾ ਵਿਸਥਾਪਨ ਨਹੀਂ ਹੁੰਦਾ ਤਾਂ ਕੀਤਾ ਗਿਆ ਕਾਰਜ ਕੀ ਹੁੰਦਾ ਹੈ? ਦੁਬਾਰਾ ਸਮਝ ਲਓ, ਜਦੋਂ ਵਸਤੂ ਤੇ ਬਲ ਲਗਾਇਆ, ਠੀਕ ਆ, ਅਤੇ ਵਸਤੂ ਦਾ ਵਿਸਥਾਪਨ ਨਹੀਂ ਹੁੰਦਾ ਯਾਨੀ ਕਿ ਡਿਸਪਲੇਸਮੈਂਟ ਨਹੀਂ ਹੁੰਦੀ ਤਾਂ ਉਹ ਕਾਰਜ ਕੀ ਹੋ ਜਾਂਦੀ ਜੀ? ਜਦੋਂ ਕਹਿ ਲਓ ਕਿ ਇੱਕ ਵਸਤੂ ਆ ਨਾ, ਮੰਨ ਲਓ ਇੱਕ ਬਾਕਸ ਆ, ਠੀਕ ਆ, ਇਹਦੇ ਤੇ ਬਲ ਲਗਾਇਆ ਜਾਂਦਾ ਹੈ ਪਰ ਇਹ ਆਪਣੀ ਜਗ੍ਹਾ ਤੋਂ ਮੂਵ ਨਹੀਂ ਕਰਦੀ ਤਾਂ ਆਪਣਾ ਜਿਹੜਾ ਕਾਰਜ ਹੈ ਉਹ ਜ਼ੀਰੋ ਹੋ ਜਾਂਦਾ। ਬੇਟਾ ਸੇਮ ਇਸੇ ਤਰੀਕੇ ਨਾਲ ਐਗਜ਼ਾਮਪਲ ਆ, ਤੁਸੀਂ ਜੇਕਰ ਕੰਧ ਹੈ ਨਾ, ਕੰਧ ਤੇ ਤੁਸੀਂ ਕੰਧ ਨੂੰ ਜੇ ਧੱਕਾ ਲਾਓਗੇ, ਜਿੰਨਾ ਮਰਜ਼ੀ ਧੱਕਾ ਲਾਓ, ਕੰਧ ਨੂੰ ਥੋੜਾ ਕੁਛ ਹੋਣਾ, ਉਹਨੇ ਨਾ ਹਿੱਲਣਾ। ਸੋ ਜਿਹੜਾ ਤੁਸੀਂ ਵਰਕ ਕੀਤਾ ਆ ਉਹ ਵਰਕ ਕੀ ਹੋ ਗਿਆ? ਜ਼ੀਰੋ। ਠੀਕ ਹੈ, ਉਹੀ ਚੀਜ਼ ਹੈ, ਕਾਰਜ ਇੱਥੇ ਕੀ ਹੈ? ਜ਼ੀਰੋ। ਅਗਲਾ, ਮਨੁੱਖੀ ਕੰਨ ਲਈ ਧੁਨੀ ਸੁਣਨ ਯੋਗ ਸੀਮਾ ਕਿੰਨੀ ਹੈ? ਸੋ ਉਹ ਹੈਗੀ 20 ਹਰਟਜ਼ ਤੋਂ 20,000 ਹਰਟਜ਼। ਇਸ ਤੋਂ ਵੱਧ ਸੁਣਾਈ ਦਿੱਤੀ ਤਾਂ ਵੀ ਬੋਲਾ ਹੋ ਜਾਣਾ, ਜਿਸ ਤੋਂ ਘੱਟ ਸੁਣਾਈ ਦਿੱਤੀ ਮਤਲਬ ਜਿਹਦਾ 19 ਹਰਟਜ਼ 18 ਹਰਟਜ਼ ਤੋਂ ਬਿਲਕੁਲ ਨਾ ਮਾਤਰ ਆ, 19 ਸਾਡੀ ਸੁਣਨ ਯੋਗ ਸੀਮਾ ਨਹੀਂ ਹੈਗੀ। ਪਾਰਟ B ਦੇ ਬੇਟੇ ਤੇ ਪਾਰਟ C ਦੇ ਹੁਣ ਮੈਂ ਤੁਹਾਨੂੰ ਕੁਐਸਚਨ ਸ਼ੋਅ ਕਰਨ ਜਾ ਰਿਹਾ ਹਾਂ, ਤੁਸੀਂ ਸਾਰੇ ਕੁਐਸਚਨਾਂ ਨੂੰ ਦੇਖ ਲੈਣਾ, ਫਿਰ ਅਸੀਂ ਤੁਹਾਨੂੰ ਇਹਨਾਂ ਦੇ ਜਿਹੜੇ ਆਨਸਰ ਆ ਉਹ ਪ੍ਰੋਵਾਈਡ ਕਰਵਾਉਂਗੇ। ਕੋਈ ਵੀ ਕੁਐਸਚਨ ਮੈਂ ਆਪਣੇ ਵੱਲੋਂ ਨਹੀਂ ਛੱਡਿਆ। ਆਹ ਦੇਖੋ ਪਾਰਟ B ਦੇ ਵਿੱਚ ਕੋਈ 14 ਪ੍ਰਸ਼ਨ ਕਰਨੇ ਆ, ਆਪਾਂ ਤੁਹਾਨੂੰ ਸਾਰੇ ਕਰਾਉਂਗੇ। ਪਹਿਲਾਂ ਇਹ 16 ਹੈ, ਪਹਿਲਾਂ ਇਹ 15 ਹੈ, ਠੀਕ ਆ। ਤਾਂ ਤੁਹਾਡੇ ਕੋਲ ਪ੍ਰਸ਼ਨ ਕਿੰਨੇ ਆ? ਪਰ ਪ੍ਰਸ਼ਨ ਤੁਹਾਡੇ ਕੋਲ 17 ਹੈ, ਪਰ ਮੈਂ ਤੁਹਾਨੂੰ 17 ਦੇ 17 ਹੀ ਕਰਵਾਉਂਗਾ ਤਾਂ ਕਿ ਤੁਸੀਂ ਜਿਹੜੇ ਈਜ਼ੀ 14 ਲੱਗਣ ਉਹ ਕਰ ਸਕਦੇ ਹੋ। ਪ੍ਰਸ਼ਨ 7 ਵਿੱਚ ਤੁਹਾਡੇ ਕੋਲ ਹੈਗੇ ਆ 3 ਮਾਰਕਸ ਵਾਲੇ ਕੁਐਸਚਨ, ਤਾਂ ਇਹ ਵੀ ਸਾਰੇ ਕਰਵਾਏ ਗਏ ਆ, ਇਹ ਵੀ ਤੁਸੀਂ ਸਾਰੇ ਕਰ ਲਿਓ। ਤੇ ਪ੍ਰਸ਼ਨ D ਦੇ ਵਿੱਚ ਅਸੀਂ ਕੋਈ ਕੁਐਸਚਨ ਛੱਡਿਆ ਨਹੀਂ। ਆ ਜਾਂ ਵਾਲੇ ਕੁਐਸਚਨ ਮੈਂ ਤੁਹਾਨੂੰ ਕਿਹਾ ਨਾ, ਇਹ ਮੈਂ ਸਾਰੇ ਹੀ ਕਰਾਏ ਆ, ਤਾਂ ਦੇਖ ਲਓ ਕਿ ਮੈਂ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਛੱਡਿਆ, ਸਾਰੇ ਹੀ ਕਰਵਾਏ ਆ। ਚਲੋ ਹੁਣ ਬਿਨਾਂ ਕਿਸੇ ਦੇਰੀ ਦੇ ਫਟਾਫਟ ਦੇਖ ਲਓ, ਫਿਰ ਅਸੀਂ ਕਰਦੇ ਹਾਂ ਜੀ ਸਾਰੇ ਕੁਐਸਚਨਾਂ ਨੂੰ ਸਟਾਰਟ। ਸੋ ਇਹ ਦੇਖ ਲਓ ਜੀ, ਹੁਣ ਅਸੀਂ ਕਰਦੇ ਹਾਂ ਜੀ ਇਹਨਾਂ ਦੇ ਆਨਸਰ ਨੂੰ ਸਟਾਰਟ। ਸੋ ਆ ਜਾਓ ਆਪਣੀ ਸਕਰੀਨ ਦੇ ਉੱਪਰ, ਜੋ ਕਿ ਹੁਣ ਆਪਾਂ ਥੋੜੀ ਜਿਹੀ ਵੱਡੀ ਕਰ ਲਈ ਹੈ। 2 ਨੰਬਰ ਵਾਲੇ ਕੁਐਸਚਨਾਂ ਤੋਂ ਕਰਾਂਗੇ ਬੇਟਾ ਸ਼ੁਰੂ। ਸੋ ਫਸਟ ਹੈ ਆਪਣੇ ਕੋਲ, ਗਰਮੀਆਂ ਵਿੱਚ ਘੜੇ ਦਾ ਪਾਣੀ ਪੀਣ ਦੀ ਲੋੜ ਕਿਉਂ ਪੈਂਦੀ ਹੈ? ਪੜਾਂਗੇ। ਘੜੇ ਦੀ ਸਤ੍ਹਾ ਤੇ ਬਹੁਤ ਸਾਰੇ ਬਰੀਕ ਛੇਦ ਹੁੰਦੇ ਹਨ ਜਿਨ੍ਹਾਂ ਰਾਹੀਂ ਪਾਣੀ ਬਾਹਰ ਰਿੱਝਦਾ ਰਹਿੰਦਾ ਹੈ। ਇਸ ਪਾਣੀ ਦੀ ਲਗਾਤਾਰ ਵਾਸ਼ਪੀਕਰਨ ਯਾਨੀ ਕਿ ਵੈਪੋਰੇਸ਼ਨ ਹੁੰਦਾ ਰਹਿੰਦਾ ਹੈ। ਵਾਸ਼ਪੀਕਰਨ ਦੀ ਜਿਹੜੀ ਲੋੜੀਂਦੀ ਗੁਪਤ ਤਾਪ ਊਰਜਾ ਘੜੇ ਦੇ ਅੰਦਰਲੇ ਪਾਣੀ ਤੋਂ ਲਈ ਜਾਂਦੀ ਹੈ, ਜਿਸ ਕਾਰਨ ਅੰਦਰਲਾ ਪਾਣੀ ਠੰਡਾ ਹੋ ਜਾਂਦਾ ਹੈ। ਠੀਕ ਹੈ, ਇਸ ਦਾ ਸਕਰੀਨਸ਼ਾਟ ਲੈਣਾ ਤੇ ਲੈ ਕੇ ਇਹਨੂੰ ਪੜ੍ਹ ਲੈਣਾ। ਠੀਕ ਹੈ ਜੀ, ਸੌਖਾ ਹੀ ਕੁਐਸਚਨ ਹੈ ਤੇ ਸਾਰੇ ਈਜ਼ੀ ਕੁਐਸਚਨ ਹੈ। ਸੋ ਆਓ ਅਗਲਾ ਕੁਐਸਚਨ ਹੁਣ ਕਰਦੇ ਹਾਂ। ਸੋ ਅਗਲਾ ਕੁਐਸਚਨ ਹੈ ਜੀ, ਸਮਯੰਗੀ ਅਤੇ ਬਿਖਮਯੰਗੀ ਜਿਹੜੀ ਮਿਸ਼ਰਣ ਆ ਉਹਦੇ ਵਿੱਚ ਤੁਸੀਂ ਕੀ ਦੱਸਣਾ ਬੇਟੇ? ਅੰਤਰ ਦੱਸਣਾ ਹੈ। ਸੋ ਸਮਯੰਗੀ ਮਿਸ਼ਰਣ ਤੇ ਬਿਖਮਅੰਗੀ ਜਿਹੜਾ ਆ ਮਿਸ਼ਰਣ, ਉਹਦਾ ਤੁਸੀਂ ਅੰਤਰ ਜਿਹੜਾ ਉਹ ਲਿਖੋਗੇ ਕਿ ਜਿਹੜੀ ਇਸ ਦੀ ਬਣਾਵਟ ਆ ਪੂਰੀ ਮਿਸ਼ਰਤ ਇਕਸਾਰ ਹੁੰਦੀ ਹੈ, ਇਸ ਦੀ ਬਣਾਵਟ ਇਕਸਾਰ ਨਹੀਂ ਹੁੰਦੀ। ਅੰਸ਼ਾਂ ਨੂੰ ਵੱਖਰਾ ਨਹੀਂ ਦੇਖਿਆ ਜਾ ਸਕਦਾ, ਅੰਸ਼ਾਂ ਨੂੰ ਵੱਖਰਾ ਦੇਖਿਆ ਜਾ ਸਕਦਾ ਹੈ। ਪਾਣੀ ਵਿੱਚ ਖੰਡ ਦਾ ਘੋਲ ਤੇ ਪਾਣੀ ਵਿੱਚ ਰੇਤ ਦਾ ਘੋਲ, ਇਹ ਹੈਗਾ ਹੈ ਹੋਮੋਜੀਨੀਅਸ ਹੈਟਰੋਜੀਨੀਅਸ। ਸਮਅੰਗੀ ਮਿਸ਼ਰਣ ਤੇ ਬਿਖਮਅੰਗੀ ਮਿਸ਼ਰਣ, ਇਹਨਾਂ ਦਾ ਡਿਫਰੈਂਸ ਸੋ ਤੁਸੀਂ ਇਹਨੂੰ ਯਾਦ ਕਰ ਲੈਣਾ ਹੈ। ਠੀਕ ਹੈ, ਬਹੁਤ ਹੀ ਛੋਟੇ ਲਾਈਨਾਂ ਵਿੱਚ ਤੁਹਾਨੂੰ ਇਹਦਾ ਆਨਸਰ ਕਰਵਾਇਆ ਹੈ। ਫਿਰ ਇਹ ਤੱਤ ਦੀ ਸੰਯੋਜਕਤਾ ਦਾ ਨਾਮ Z = ਜੇ 3 ਹੈ ਤਾਂ ਤੁਸੀਂ ਦੱਸਣਾ ਹੈ ਕੀ ਹੈ, ਮਤਲਬ ਇਹਦਾ ਤੱਤ ਦਾ ਨਾਮ ਦੱਸਣਾ ਹੈ। ਸੋ ਦੇਖੋ ਪਰਮਾਣੂ ਸੰਖਿਆ ਜੇ ਇਹਦੀ 3 ਹੈ ਨਾ, ਤਾਂ ਇਲੈਕਟ੍ਰੋਨੀ ਇਹਦੀ ਤਰੀਬ ਕੀ ਹੋਗੀ 2 ਤੇ 1 ਹੈ ਨਾ। ਤੇ ਸੰਯੋਜਕਤਾ ਯਾਨੀ ਕਿ ਵੈਲੈਂਸੀ ਜਿਹੜੀ ਆ ਉਹ ਹੈਗੀ ਆ 1। ਤੇ ਤੱਤ ਦਾ ਨਾਮ ਹੈਗਾ ਲਿਥੀਅਮ। ਹੁਣ ਤੁਹਾਨੂੰ ਮੈਂ ਇੱਕ ਸਿੰਪਲ ਜੀ ਜੇ ਗੱਲ ਦੱਸਾਂ ਤਾਂ ਤੁਹਾਨੂੰ ਵੈਸੇ ਹੀ ਯਾਦ ਰੱਖਣਾ ਚਾਹੀਦਾ ਕਿ ਜਿਹਦਾ ਐਟੋਮਿਕ ਨੰਬਰ 3 ਹੈ ਉਹ ਕੀ ਹੈ? ਲਿਥੀਅਮ ਹੈ, ਤਾਂ ਕਿ ਤੁਸੀਂ ਆਰਾਮ ਨਾਲ ਇੱਥੇ ਲਿਖ ਸਕੋ। ਠੀਕ ਹੈ, ਅਗਲਾ ਹੈਗਾ ਪਰਮਾਣੂ ਨੂੰ ਅੱਖਾਂ ਨਾਲ ਵੇਖਣਾ ਕਿਉਂ ਸੰਭਵ ਨਹੀਂ ਹੈ? ਦੇਖੋ ਪਰਮਾਣੂ ਦਾ ਆਕਾਰ ਬਹੁਤ ਹੀ ਜਿਹੜਾ ਹੈ ਜ਼ਿਆਦਾ ਛੋਟਾ ਹੁੰਦਾ ਹੈ। ਇਸ ਦਾ ਅਰਧ ਵਿਆਸ ਨੈਨੋਮੀਟਰ ਦੇ ਵਿੱਚ ਮਾਪਿਆ ਜਾਂਦਾ ਹੈ। ਇੱਥੇ ਸੂਖਮ ਆਕਾਰ ਦੇ ਕਾਰਨ ਇਹ ਆਮ ਅੱਖਾਂ ਤਾਂ ਕੀ ਸ਼ਕਤੀਸ਼ਾਲੀ ਪ੍ਰਕਾਸ਼ੀ ਯਾਨੀ ਕਿ ਦੂਰਬੀਨ ਜਿਹਨੂੰ ਅਸੀਂ ਮਾਈਕਰੋਸਕੋਪ ਕਹਿੰਦੇ ਉਸ ਦੇ ਨਾਲ ਵੀ ਨਹੀਂ ਦੇਖਿਆ ਜਾ ਸਕਦਾ। ਠੀਕ ਹੈ, ਤੋ ਅਗਲਾ ਆ ਸੈੱਲ ਨੂੰ ਜੀਵਨ ਵਿੱਚ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਉਂ ਕਹਿੰਦੇ ਹਨ? ਸੰਰਚਨਾਤਮਕ ਕਿਉਂਕਿ ਸਾਰੇ ਜੀਵਾਂ ਦਾ ਸਰੀਰ ਸੈੱਲ ਤੋਂ ਬਣਿਆ ਹੁੰਦਾ ਹੈ। ਕਿਰਿਆਤਮਕ ਜੀਵਨ ਲਈ ਲੋੜੀਂਦੀ ਸਾਰੀਆਂ ਜੈਵਿਕ ਕਿਰਿਆਵਾਂ ਜਿਵੇਂ ਸਾਹ ਲੈਣਾ ਪੋਸ਼ਣ ਸੈੱਲ ਦੇ ਅੰਦਰ ਹੀ ਹੁੰਦੀ ਹੈ। ਠੀਕ ਹੈ, ਸੋ ਅਗਲਾ ਕੁਐਸਚਨ ਹੈ ਆਪਣੇ ਕੋਲ, ਲਾਈਜ਼ੋਜ਼ੋਮ ਨੂੰ ਆਤਮਘਾਤੀ ਪੋਟਲੀ ਕਿਉਂ ਕਹਿੰਦੇ ਆ? ਸੋ ਪੜਾਂਗੇ।
ਜਦੋਂ ਸੈੱਲ ਨੁਕਸਾਨਿਆ ਜਾਂਦਾ ਹੈ ਤਾਂ ਬੁੱਢੇ ਹੋ ਜਾਂਦਾ ਹੈ ਤਾਂ ਲਾਈਬੋਸੋਮ ਫਟ ਜਾਂਦਾ ਹੈ ਅਤੇ ਇਹਨਾਂ ਦੇ ਸ਼ਕਤੀਸ਼ਾਲੀ ਐਂਜ਼ਾਈਮ ਆਪਣੇ ਹੀ ਸੈੱਲ ਨੂੰ ਹਜਮ ਕਰ ਲੈਂਦੇ ਹਨ। ਇਸ ਲਈ ਇਹਨਾਂ ਨੂੰ ਸੈੱਲ ਦੀ ਆਤਮਘਾਤੀ ਪੋਟਲੀ ਵੀ ਕਿਹਾ ਜਾਂਦਾ ਹੈ। ਫਿਰ ਸਟੋਮੇਟਾ ਦੇ ਕੰਮ ਤੋਂ ਤੁਸੀਂ ਲਿਖੋਗੇ ਗੈਸਾਂ ਦਾ ਆਦਾਨ ਪ੍ਰਦਾਨ ਕਰਨਾ, ਪ੍ਰਕਾਸ਼ ਸੰਸ਼ਲੇਸ਼ਣ ਅਤੇ ਸਾਹ ਕਿਰਿਆ ਲਈ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਵਟਾਂਦਰਾ ਕਰਨਾ, ਵਾਸ਼ਪ ਨਿਕਾਸ ਪੌਦੇ ਵਿੱਚੋਂ ਵਾਧੂ ਪਾਣੀ ਅਤੇ ਵਾਸ਼ਪ ਬਣਾ ਕੇ ਜਿਹੜਾ ਬਾਹਰ ਕੱਢਣਾ ਇਸ ਦਾ ਕੰਮ ਆ। ਦੂਰੀ ਸਮਾਂ ਗ੍ਰਾਫ ਦੀ ਦਿੱਖ ਜਿਹੜੀ ਆ ਕਿੱਦਾਂ ਦੀ ਹੁੰਦੀ ਆ। ਸੋ ਦੂਰੀ ਸਮਾਂ ਗ੍ਰਾਫ ਇੱਕ ਯੂਨੀਫਾਰਮ ਮੋਸ਼ਨ ਸ਼ੋ ਕਰਦਾ, ਯਾਨੀ ਕਿ ਇੱਕ ਸਮਾਨ ਗਤੀ। ਗ੍ਰਾਫ ਇੱਕ ਸਿੱਧੀ ਰੇਖਾ ਦੇ ਵਿੱਚ ਹੁੰਦਾ ਜਦੋਂ ਕਿ ਸਮੇਂ ਦੇ ਧੁਰੇ ਨਾਲ ਝੁਕੀ ਹੁੰਦੀ ਹੈ। ਅਸਮਾਨ ਗਤੀ ਯਾਨੀ ਕਿ ਗ੍ਰਾਫ ਇੱਕ ਵਕਰ ਰੇਖਾ ਹੁੰਦੀ ਹੈ। ਠੀਕ ਹੈ। ਫਿਰ ਗਲੀਚੇ ਨੂੰ ਛੜ ਨਾਲ ਕੁੱਟਣ ਤੇ ਧੂੜ ਕਿਉਂ ਨਿਕਲਦੀ ਹੈ। ਦੇਖੋ ਇੱਕ ਜੜਤ ਯਾਨੀ ਕਿ ਇਨਰਸ਼ੀਆ ਦੇ ਕਾਰਨ ਹੁੰਦਾ ਹੈ। ਜਦੋਂ ਗਲੀਚੇ ਨੂੰ ਛੜ ਨਾਲ ਕੁੱਟਿਆ ਜਾਂਦਾ ਹੈ ਤਾਂ ਗਲੀਚਾ ਗਤੀ ਵਿੱਚ ਆ ਜਾਂਦਾ ਹੈ, ਪਰ ਧੂੜ ਕਣ ਵਿਰਾਮ ਦੀ ਜੜਤਾ ਕਾਰਨ ਆਪਣੀ ਥਾਂ ਤੇ ਹੀ ਰਹਿਣ ਦੀ ਕੋਸ਼ਿਸ਼ ਕਰਦੇ ਹਨ ਤੇ ਬਾਹਰ ਨਿਕਲ ਜਾਂਦੇ ਹਨ। ਠੀਕ ਹੈ। ਫਿਰ ਵਸਤੂ ਤੇ ਪਾਣੀ ਕਿਉਂ ਤੈਰਦੀ ਜਾਂ ਡੁੱਬਦੀ ਹੈ। ਸੋ ਦੇਖੋ ਜੇਕਰ ਵਸਤੂ ਦੀ ਘਣਤਾ ਪਾਣੀ ਦੀ ਘਣਤਾ ਤੋਂ ਘੱਟ ਹੈ ਤਾਂ ਉਹ ਤੈਰੇਗੀ, ਜੇਕਰ ਵਸਤੂ ਦੀ ਘਣਤਾ ਪਾਣੀ ਦੀ ਘਣਤਾ ਤੋਂ ਵੱਧ ਹੈ ਤਾਂ ਉਹ ਡੁੱਬ ਜਾਵੇਗੀ। ਠੀਕ ਹੈ। ਇਹ ਪਾਣੀ ਦੁਆਰਾ ਲਗਾਏ ਜਾਣ ਵਾਲੇ ਉਛਾਲ ਬਲ ਯਾਨੀ ਕਿ ਬੋਇੰਟ ਫੋਰਸ ਤੇ ਨਿਰਭਰ ਕਰਦਾ ਹੈ। ਠੀਕ ਹੈ। ਸੋ ਅਗਲਾ ਹੈ ਆਪਣੇ ਕੋਲ ਅਸੀਂ ਕਦੋਂ ਕਹਿੰਦੇ ਹਾਂ ਕਿ ਕਾਰਜ ਕੀਤਾ ਗਿਆ। ਸੋ ਦੇਖੋ ਵਰਕ ਆਪਾਂ ਕਦੋਂ ਕਹਿ ਸਕਦੇ, ਜਦੋਂ ਵਸਤੂ ਤੇ ਕੋਈ ਬਲ ਲੱਗ ਰਿਹਾ ਹੋਵੇ, ਵਸਤੂ ਵਿੱਚ ਬਲ ਦੀ ਦਿਸ਼ਾ ਵਿਸਥਾਪਨ ਹੋਵੇ। ਠੀਕ ਹੈ। ਅਗਲਾ ਊਰਜਾ ਸੁਰੱਖਿਅਣ ਦਾ ਨਿਯਮ, ਕੰਜ਼ਰਵੇਸ਼ਨ ਆਫ ਐਨਰਜੀ। ਇਸ ਨਿਯਮ ਅਨੁਸਾਰ ਊਰਜਾ ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ। ਇਸ ਦੀ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਬ੍ਰਹਿਮੰਡ ਦੀ ਕੁੱਲ ਊਰਜਾ ਹਮੇਸ਼ਾ ਸਥਿਰ ਹੀ ਰਹਿੰਦੀ ਹੈ। ਠੀਕ ਹੈ। ਧੁਨੀ ਕੀ ਹੈ? ਧੁਨੀ ਊਰਜਾ ਦਾ ਇੱਕ ਰੂਪ ਹੈ ਜੋ ਸਾਡੇ ਕੰਨਾਂ ਵਿੱਚ ਸੁਣਨ ਦੀ ਸੰਵੇਦਨਸ਼ੀਲਤਾ ਜਾਂ ਫਿਰ ਸੰਵੇਦਨਾ ਪੈਦਾ ਕਰਦੀ ਹੈ। ਉਤਪੱਤੀ ਜਿਹੜੀ ਹੈ ਵਸਤੂਆਂ ਦੇ ਕੰਪਨ ਦੁਆਰਾ ਪੈਦਾ ਹੁੰਦੀ ਹੈ। ਜਦੋਂ ਕਿ ਵਸਤੂਆਂ ਨੂੰ ਤੇਜ਼ੀ ਨਾਲ ਅੱਗੇ ਪਿੱਛੇ ਹਿੱਲਦੀ ਤਾਂ ਉਹ ਆਲੇ ਦੁਆਲੇ ਦੀ ਹਵਾ ਵਿੱਚ ਵੀ ਤਰੰਗਾਂ ਪੈਦਾ ਕਰਦੀ ਹੈ। ਠੀਕ ਹੈ। ਅਗਲਾ ਪੌਦੇ ਆਪਣੇ ਪੋਸ਼ਕ ਤੱਤ ਕਿਵੇਂ ਪ੍ਰਾਪਤ ਕਰਦੇ ਹਨ। ਹਵਾ ਤੋਂ ਕਾਰਬਨ ਡਾਈਆਕਸਾਈਡ, ਪਾਣੀ ਤੋਂ ਹਾਈਡਰੋਜਨ ਅਤੇ ਆਕਸੀਜਨ, ਅਤੇ ਮਿੱਟੀ ਤੋਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਵਰਗੇ 13 ਹੋਰ ਜ਼ਰੂਰੀ ਖਣਿਜ ਜੜ੍ਹਾਂ ਤੋਂ। ਕਾਇਨੈਟਿਕ ਐਨਰਜੀ ਯਾਨੀ ਕਿ ਗਤੀਜ ਊਰਜਾ ਕੀ ਹੈ। ਦੇਖੋ ਕਿਸੇ ਵਸਤੂ ਵਿੱਚ ਉਸਦੀ ਗਤੀ ਦੇ ਕਾਰਨ ਪੈਦਾ ਹੋਣ ਵਾਲੀ ਊਰਜਾ ਨੂੰ ਜਿਹੜੀ ਆਪਾਂ ਕਹਿ ਦਿੰਦੇ ਹਾਂ ਕਿ ਗਤੀ ਊਰਜਾ। ਸੋ ਉਹਦਾ ਸੂਤਰ ਹੁੰਦਾ ਹੈ ਹਾਫ mv², ਜਿੱਥੇ m ਜਿਹੜਾ ਪੁੰਜ ਹੈ ਤੇ v ਜਿਹੜਾ ਉਹ ਵੇਗ ਯਾਨੀ ਕਿ ਵੈਲੋਸਿਟੀ ਹੈ। ਇਸ ਦੀ ਇਕਾਈ ਜਿਹੜੀ ਆ ਉਹ ਜੂਲ ਹੈ ਬੇਟਾ ਆਪਣੇ ਕੋਲ। ਅਗਲਾ ਹੈ ਦਾਣਿਆਂ ਦੇ ਭੰਡਾਰਨ ਸਮੇਂ ਹਾਨੀ ਦੇ ਜ਼ਿੰਮੇਦਾਰ ਕਾਰਕ। ਭੰਡਾਰਨ ਦੌਰਾਨ ਅਨਾਜ ਦੀ ਹਾਨੀ ਲਈ ਦੋ ਤੱਤ ਕਾਰਨ ਉਹ ਜ਼ਿੰਮੇਵਾਰ ਹੈ, ਜੈਵਿਕ ਕਾਰਕ ਤੇ ਅਜੈਵਿਕ। ਜੈਵਿਕ ਕੀੜੇ ਮਕੌੜੇ, ਚੂਹੇ ਅਤੇ ਉੱਲੀ ਬੈਕਟੀਰੀਆ। ਅਜੈਵਿਕ ਦੇ ਵਿੱਚ ਭੰਡਾਰ ਵਾਲੀ ਥਾਂ ਤੇ ਨਮੀ ਦੀ ਥਾਂ, ਜ਼ਿਆਦਾ ਮਾਤਰਾ ਦੇ ਵਿੱਚ ਅਣਉਚਿਤ ਤਾਪਮਾਨ ਹੋਣਾ। ਸੋ ਇਲੈਕਟ੍ਰੋਨ ਅਤੇ ਪ੍ਰੋਟੋਨ ਵਾਲਾ ਪਰਮਾਣੂ। ਜੇਕਰ ਕਿਸੇ ਪਰਮਾਣੂ ਵਿੱਚ ਇਲੈਕਟ੍ਰੋਨ ऋण ਅਤੇ ਪ੍ਰੋਟੋਨ ਧਨ ਚਾਰਜ ਹੈ ਤਾਂ ਕੋਈ ਨੈਟ ਚਾਰਜ ਨਹੀਂ ਹੋਵੇਗਾ। ਕਾਰਨ ਤੁਸੀਂ ਇੱਥੋਂ ਪੜ੍ਹ ਲੈਣਾ ਹੈ। ਅੱਗੇ ਕਰਦੇ ਹਾਂ ਜੀ ਪਦਾਰਥਾਂ ਤੇ ਕਣਾਂ ਦੀਆਂ ਵਿਸ਼ੇਸ਼ਤਾ। ਪਦਾਰਥ ਦੇ ਕਣਾਂ ਦੀਆਂ ਕੀ ਹੈ, ਵਿਚਕਾਰ ਖਾਲੀ ਥਾਂ ਹੁੰਦੀ ਹੈ। ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ। ਪਦਾਰਥ ਦੇ ਕਣ ਇੱਕ ਦੂਜੇ ਨਾਲ ਆਕਰਸ਼ਿਤ ਹੁੰਦੇ ਹਨ ਅਤੇ ਇਹ ਕਣ ਬਹੁਤ ਹੀ ਸੂਖਮ ਛੋਟੇ ਹੁੰਦੇ ਹਨ। ਹੁਣ ਅਸੀਂ ਕਰਾਂਗੇ ਬੋਹਰ ਦਾ ਪਰਮਾਣੂ ਮਾਡਲ। ਸੋ ਨੀਲ ਬੋਹਰ ਨੇ ਪਰਮਾਣੂ ਦੀ ਬਣਤਰ ਬਾਰੇ ਹੇਠ ਲਿਖੀਆਂ ਗੱਲਾਂ ਦੱਸੀਆਂ। ਇਲੈਕਟ੍ਰੋਨ ਨਿਊਕਲੀਅਸ ਦੇ ਆਲੇ ਦੁਆਲੇ ਖਾਸ ਪੱਧਰਾਂ ਵਿੱਚ ਘੁੰਮਦੇ ਰਹਿੰਦੇ ਹਨ, ਜਿਨ੍ਹਾਂ ਨੂੰ ਊਰਜਾ ਪੱਧਰ ਜਾਂ ਸ਼ੈੱਲ ਕਿਹਾ ਜਾਂਦਾ ਹੈ। ਜਦੋਂ ਇਲੈਕਟ੍ਰੋਨ ਇਹਨਾਂ ਸੈੱਲਾਂ ਵਿੱਚ ਘੁੰਮਦੇ ਹਨ ਤਾਂ ਉਹ ਊਰਜਾ ਦਾ ਨਿਕਾਸ ਨਹੀਂ ਕਰਦੇ। ਇਹਨਾਂ ਸੈੱਲਾਂ ਨੂੰ KLMN ਜਾਂ 1 2 3 4 ਦੇ ਨਾਮ ਨਾਲ ਆਪਾਂ ਦਰਸਾ ਸਕਦੇ ਹਾਂ। ਅਗਲਾ ਹੈ ਆਪਣੇ ਕੋਲ ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਅੰਤਰ। ਤੋ ਆਪਣੇ ਕੋਲ ਪੌਦਾ ਸੈੱਲ ਤੇ ਐਨੀਮਲ ਸੈੱਲ ਹੈ ਉਹ ਪੜ੍ਹੀਏ। ਜਿਹੜੇ ਪੌਦਾ ਨਹੀਂ ਹੁੰਦੇ ਇੱਥੇ ਨਾ, ਇਹ ਥੋੜਾ ਜਿਹਾ ਮਿਸਿੰਗ ਆ ਕੁਐਸਚਨ ਮੇਰੇ ਕੋਲ। ਸੋ ਇਸ ਕੁਐਸਚਨ ਦੇ ਵਿੱਚ ਥੋੜੀ ਜਿਹੀ ਕਰੈਕਸ਼ਨ ਕਰ ਲੈਣਾ, ਕਿਉਂਕਿ ਇਹ ਕੁਐਸਚਨ ਥੋੜਾ ਜਿਹਾ ਪੈਂਡਿੰਗ ਆ, ਉਹ ਤੁਸੀਂ ਆਪ ਦੇਖ ਲੈਣਾ। ਠੀਕ ਆ। ਪੁੰਜ ਅਤੇ ਮਾਸ ਵਿੱਚ ਕੀ ਅੰਤਰ ਹੁੰਦਾ ਹੈ, ਮਾਸ ਅਤੇ weight ਵਿੱਚ ਕੀ ਫਰਕ ਹੈ। ਪੁੰਜ ਇਹ ਇੱਕ ਵਸਤੂ ਵਿੱਚ ਮੌਜੂਦ ਪਦਾਰਥ ਦੀ ਮਾਤਰਾ ਹਰ ਥਾਂ ਸਥਿਰ ਰਹਿੰਦੀ ਹੈ। ਇਸ ਦੀ ਇਕਾਈ ਕਿਲੋਗ੍ਰਾਮ ਹੁੰਦਾ ਹੈ। ਫਿਰ ਤੁਸੀਂ ਭਾਰ ਦਾ ਲਿਖ ਸਕਦੇ ਹੋ। ਇਹ ਉਹ ਬਲ ਹੁੰਦਾ ਹੈ ਜਿਸ ਨਾਲ ਧਰਤੀ ਕਿਸੇ ਵਿਅਕਤੀ ਨੂੰ ਜਾਂ ਕਿਸੇ ਵਸਤੂ ਨੂੰ ਆਪਣੇ ਵੱਲ ਖਿੱਚਦੀ ਹੈ।
ਇਹ ਥਾਂ ਬਦਲਣ ਨਾਲ ਬਦਲ ਜਾਂਦਾ ਹੈ ਜਿਵੇਂ ਚੰਦਰਮਾ ਤੇ ਭਾਰ ਘੱਟ ਹੋਵੇਗਾ। ਇਸ ਦੀ ਇਕਾਈ ਨਿਊਟਨ ਹੈ। ਠੀਕ ਹੈ। ਫਿਰ ਆਪਣੇ ਕੋਲ ਅਗਲਾ ਹੈ ਜੀ ਧੁਨੀ ਤਰੰਗਾਂ ਨੂੰ ਯੰਤਰਿਤ ਤਰੰਗਾਂ ਕਿਉਂ ਕਹਿੰਦੇ ਹਨ। ਦੇਖੋ ਧੁਨੀ ਤਰੰਗਾਂ ਨੂੰ ਯੰਤਰਿਤ ਤਰੰਗਾਂ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਸੰਚਾਰ ਲਈ ਕਿਸੇ ਮਾਧਿਅਮ ਜਿਵੇਂ ਹਵਾ ਪਾਣੀ ਦੀ ਲੋੜ ਹੁੰਦੀ ਹੈ। ਧੁਨੀ ਖਲਾ ਯਾਨੀ ਕਿ ਵੈਕਿਊਮ ਦੇ ਵਿੱਚ ਟਰੈਵਲ ਜਿਹੜੀ ਆ ਉਹ ਨਹੀਂ ਕਰ ਸਕਦੀ। ਪਸ਼ੂ ਪਾਲਣ ਦੇ ਲਾਭ ਦੁੱਧ ਆਂਡੇ ਅਤੇ ਮੀਟ ਵਰਗੇ ਪੌਸ਼ਟਿਕ ਜਿਹੜੇ ਆ ਖੁਰਾਕ ਪਦਾਰਥ ਦੀ ਪ੍ਰਾਪਤੀ। ਖੇਤੀਬਾੜੀ ਦੇ ਕੰਮ ਵਿੱਚ ਜਿਹੜੇ ਪਸ਼ੂ ਆ ਉਹ ਹੈਲਪ ਕਰਦੇ ਆ। ਵਧੀਆ ਨਸਲਾਂ ਦੇ ਪਸ਼ੂਆਂ ਤੋਂ ਵੱਧ ਉਤਪਾਦਨ ਜਿਹੜਾ ਪ੍ਰਾਪਤ ਹੁੰਦਾ ਹੈ ਤੇ ਪਸ਼ੂਆਂ ਦੇ ਮੂਲ ਜਿਹੜਾ ਮੂਤਰ ਤੋਂ ਵੀ ਦੇਸੀ ਖਾਦ ਉਹ ਤਿਆਰ ਹੁੰਦੀ ਆ। ਫਿਰ ਰੁੱਖ ਦੀ ਟਾਹਣੀਆਂ ਹਿਲਾਉਣ ਨਾਲ ਪੱਤੇ ਕਿਉਂ ਝੜਦੇ ਹਨ। ਇਹ ਵਿਰਾਮ ਦੀ ਜੜਤਾ ਯਾਨੀ ਕਿ ਇਨਰਸ਼ੀਆ ਆਫ ਰੈਸਟ ਕਾਰਨ ਹੁੰਦਾ ਹੈ। ਜਦੋਂ ਅਸੀਂ ਟਾਹਣੀ ਨੂੰ ਤੇਜ਼ੀ ਨਾਲ ਹਿਲਾਉਂਦੇ ਹਾਂ ਤਾਂ ਟਾਹਣੀ ਗਤੀ ਵਿੱਚ ਆ ਜਾਂਦੀ ਹੈ ਪਰ ਪੱਤੇ ਜਿਹੜੇ ਆ ਉਹ ਹੱਲੇ ਵੀ ਜਿਹੜੇ ਆ ਰੈਸਟ ਦੀ ਪੋਜੀਸ਼ਨ ਵਿੱਚ ਯਾਨੀ ਕਿ ਜੜਤਾ ਦੀ ਅਵਸਥਾ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਆ। ਇਸ ਖਿੱਚ ਕਾਰਨ ਕਮਜ਼ੋਰ ਪੱਤੀਆਂ ਟੁੱਟ ਕੇ ਹੇਠਾਂ ਡਿੱਗ ਪੈਂਦੀਆਂ ਹਨ। ਠੀਕ ਹੈ। ਅਗਲਾ ਹੈ ਗੁਰੂਤਰ ਆਕਰਸ਼ਣ ਦਾ ਸਰਵ ਵਿਆਪੀ ਨਿਯਮ। ਇਸ ਨਿਯਮ ਅਨੁਸਾਰ ਬ੍ਰਹਿਮੰਡ ਵਿੱਚ ਹਰੇਕ ਵਸਤੂ ਦੂਜੀ ਵਸਤੂ ਨੂੰ ਜਿਹੜੀ ਆਪਣੇ ਵੱਲ ਆਕਰਸ਼ਿਤ ਕਰਦੀ ਆ। ਉਹਨਾਂ ਦੇ ਪੁੰਜ m1 m2 ਦੇ ਗੁਣਨਫਲ ਦੇ ਸਿਧਾਂਤ ਅਨੁਪਾਤੀ ਹੁੰਦੇ ਆ। ਉਹਨਾਂ ਵਿਚਕਾਰਲੀ ਜਿਹੜੀ ਦੂਰੀ ਆ ਉਹ ਭਾਰ ਮੰਨਦੇ ਆ ਤੇ ਉਲਟ ਅਨੁਪਾਤ ਵਿੱਚ ਹੁੰਦਾ ਤੇ ਤੁਹਾਡੇ ਕੋਲ ਜਿਹੜਾ ਫਾਰਮੂਲਾ ਬਣ ਜਾਣਾ ਉਹ ਆ ਜਾਣਾ m1 ਬਟੇ m2 ਬਟੇ r²। ਇਹ ਹੁੰਦਾ ਆ f ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਪਰ ਜਦੋਂ ਅਸੀਂ ਬਰਾਬਰ ਲਗਾਉਣਾ ਤਾਂ ਇੱਥੇ ਆ ਕਾਂਸਟੈਂਟ g ਲੱਗ ਜਾਂਦਾ ਹੈ ਆਪਣੇ ਕੋਲ। ਫਿਰ ਇਹ ਦੇਸੀ ਖਾਦ ਮੈਨਿਓਰ ਅਤੇ ਰਸਾਇਣ। ਸੋ ਆਓ ਇੱਕ ਇੱਕ ਕਰਕੇ ਕਰਦੇ ਹਾਂ। ਦੇਸੀ ਖਾਦ ਇਹ ਮਿੱਟੀ ਨੂੰ ਬਹੁਤ ਸਾਰਾ ਹਿਊਮਸ ਪ੍ਰਦਾਨ ਕਰਦੀ ਹੈ ਤੇ ਲੰਬੇ ਸਮੇਂ ਲਈ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ। ਇਸ ਦਾ ਵਾਤਾਵਰਣ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਰਸਾਇਣਕ ਖਾਦ ਜਿਹੜਾ ਆ ਜਿਵੇਂ NPK ਤੁਰੰਤ ਪ੍ਰਦਾਨ ਕਰਦੀ ਹੈ ਪਰ ਇਸ ਵਿੱਚ ਹਿਊਮਸ ਨਹੀਂ ਹੁੰਦੀ। ਇਹ ਜ਼ਿਆਦਾ ਵਰਤੋਂ ਨਾਲ ਮਿੱਟੀ ਦੀ ਬਣਤਰ ਖਰਾਬ ਹੋ ਸਕਦੀ ਹੈ ਅਤੇ ਜਿਹੜਾ ਜਲ ਪ੍ਰਦੂਸ਼ਣ ਹੋ ਸਕਦਾ। ਕੀ ਤੈਅ ਕੀਤੀ ਦੂਰੀ ਦਾ ਵਿਸਥਾਪਨ ਸਿਰਫ 0 ਹੋ ਸਕਦਾ ਹੈ। ਹਾਂ, ਇੱਕ ਵਸਤੂ ਦੁਆਰਾ ਕੁਝ ਦੂਰੀ ਤੈਅ ਕਰਨ ਦੇ ਬਾਵਜੂਦ ਉਸ ਦਾ ਵਿਸਥਾਪਨ 0 ਹੋ ਸਕਦਾ ਹੈ ਜੇਕਰ ਦੇਖੋ ਪੜ੍ਹਦੇ ਹਾਂ ਜੇਕਰ ਉਸ ਦੀ ਸ਼ੁਰੂਆਤੀ ਸਥਿਤੀ ਅਤੇ ਅੰਤਿਮ ਸਥਿਤੀ ਵਿਚਕਾਰਲੀ ਸਭ ਤੋਂ ਛੋਟੀ ਦੂਰੀ ਹੁੰਦੀ ਹੈ। ਜੇਕਰ ਕੋਈ ਵੀ ਵਸਤੂ ਜਿਸ ਬਿੰਦੂ ਤੋਂ ਚੱਲਣਾ ਸ਼ੁਰੂ ਕਰੇ ਤੇ ਉਹੀ ਤੇ ਹੀ ਘੁੰਮ ਕੇ ਵਾਪਸ ਦੁਬਾਰਾ ਆ ਜਾਏ ਤਾਂ ਉਸ ਬਿੰਦੂ ਨੂੰ ਜਿਹੜਾ ਆ ਬਿੰਦੂ ਤੇ ਵਾਪਸ ਆ ਜਾਵੇ ਤਾਂ ਉਹ ਜਿਹੜਾ ਆ ਵਿਸਥਾਪਨ 0 ਹੋ ਜਾਂਦਾ ਹੈ। ਜਿਵੇਂ ਚੱਕਰਾਕਾਰ ਪੱਥਰ, ਘਰ ਤੋਂ ਸਕੂਲ ਜਾਣਾ, ਸਕੂਲ ਤੋਂ ਘਰ ਆਉਣਾ, ਡਿਸਪਲੇਸਮੈਂਟ 0। ਠੀਕ ਹੈ। ਅੱਗੇ ਚਾਲ ਅਤੇ ਵੈਲੋਸਿਟੀ ਯਾਨੀ ਕਿ ਚਾਲ ਅਤੇ ਵੇਗ ਦੇ ਵਿੱਚ ਅੰਤਰ ਹੈ। ਸੋ ਇਹਨੂੰ ਵੀ ਇੱਕ ਵਾਰੀ ਪੜ੍ਹ ਲੈਣਾ। ਹੁਣ ਅਸੀਂ ਕਰਦੇ ਹਾਂ ਇਸ ਤੋਂ ਬਾਅਦ ਅਗਲਾ ਕੁਐਸਚਨ ਜਿਹੜਾ ਕਿ ਹੈ ਆਪਣੇ ਕੋਲ ਗਤੀ ਦੀਆਂ ਸਮੀਕਰਨਾਂ ਅਤੇ ਨੂਮੈਰੀਕਲ। ਸੋ ਇਹ ਤੁਸੀਂ ਲਿਖ ਦੇਣਾ v = ut, s = ut + ½ at², v² - u² = 2as। ਠੀਕ ਹੈ। ਰੇਸਿੰਗ ਕਾਰ ਨਿਊਮੈਰੀਕਲ ਸੀਗਾ ਨਾਲ ਉਹ ਆਪਾਂ ਸੋਲਵ ਕਰਕੇ ਦਿਖਾ ਦਿੱਤਾ ਆ। ਇਹਨੂੰ ਇੱਕ ਵਾਰੀ ਆਪ ਰੀਡ ਕਰ ਲੈਣਾ ਆਪਨੇ। ਠੀਕ ਹੈ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਆ ਜਾਏ। ਫਿਰ ਹੈਗਾ ਯੋਗਿਕ ਅਤੇ ਅਣਵੀ ਪੁੰਜ ਜਾਂ ਰਸਾਇਣਕ ਸੂਤਰ। ਸੋ ਆਪਾਂ ਰਸਾਇਣਕ ਸੂਤਰ ਲਿਖਦੇ ਹਾਂ। MgO ਕੀ ਆ ਜੀ ਮੈਗਨੀਸ਼ੀਅਮ ਆਕਸਾਈਡ, CaCl2 ਕੀ ਹੈ ਕੈਲਸ਼ੀਅਮ ਕਲੋਰਾਈਡ, CuSO4 ਕੀ ਹੈ ਕਾਪਰ ਸਲਫੇਟ, ਫਿਰ AlCl3 ਕੀ ਹੈ ਐਲੂਮੀਨੀਅਮ ਕਲੋਰਾਈਡ, CaCO3 ਕੀ ਹੈ ਕੈਲਸ਼ੀਅਮ ਕਾਰਬੋਨੇਟ। ਫਿਰ ਟਿਸ਼ੂ ਨਾਲ ਸੰਬੰਧਿਤ ਜਾਣਕਾਰੀ ਦਿਓ ਤਾਂ ਮੈਂ ਦੂਜੇ ਭਾਗ ਇੱਕ ਸ਼ਬਦ ਵਾਲੇ ਉੱਤਰ ਦੇ ਹੱਲ ਵਿੱਚ ਦਿੱਤੇ ਜੋ ਜਿਹੜੇ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਬੇਟੇ ਜਿਹੜਾ ਟਿਸ਼ੂ ਵਾਲਾ ਕੁਐਸਚਨ ਆ ਉਹ ਆਪਾਂ ਉੱਪਰ ਜਿਹੜੇ ਆ ਕਰ ਚੁੱਕੇ ਹਾਂ ਆਲਰੇਡੀ। ਠੀਕ ਆ। ਫਿਰ ਇਸ ਤੋਂ ਬਾਅਦ ਹੈਗਾ ਆਪਣੇ ਕੋਲ ਮੂੰਹ ਦੀ ਅੰਤਲੀ ਪਰਤ ਬਣਾਉਣ ਵਾਲਾ ਟਿਸ਼ੂ ਸਰਲ ਅੱਗੇ ਲਿਖਿਆ ਸੀਕੁਐਂਸ ਐਪੀਥੀਲੀਅਮ ਹੁੰਦਾ ਹੈ। ਠੀਕ ਆ। ਉਹ ਇਸ ਦੇ ਬਾਰੇ ਜਿਹੜਾ ਆ ਹੋਰ ਦੇਖ ਲਈਏ। ਸੋ ਪੇਸ਼ੀਆਂ ਤੇ ਹੱਡੀਆਂ ਨੂੰ ਜੋੜਨ ਵਾਲਾ ਟਿਸ਼ੂ ਟੈਂਡਨ ਹੁੰਦਾ ਆ। ਪੌਦਿਆਂ ਵਿੱਚ ਭੋਜਨ ਦਾ ਪਰਿਵਹਨ ਕਰਨ ਵਾਲਾ ਜਿਹੜਾ ਉਹ ਭੋਜਨ ਦਾ ਫਲੋਇਮ ਹੁੰਦਾ ਆ। ਠੀਕ ਹੈ ਆਪਣੇ ਕੋਲ। ਇਸ ਤੋਂ ਬਾਅਦ ਹੈ ਸਰੀਰ ਵਿੱਚ ਚਰਬੀ ਜਮ੍ਹਾਂ ਰੱਖਣ ਵਾਲਾ ਟਿਸ਼ੂ ਹੁੰਦਾ ਹੈ ਆਪਣੇ ਕੋਲ ਅਡਾਈਪੋਸ ਟਿਸ਼ੂ। ਦਿਮਾਗ ਵਿੱਚ ਜਿਹੜਾ ਕੰਮ ਕਰਦਾ ਉਹ ਨਰਵ ਟਿਸ਼ੂ ਹੁੰਦਾ ਆ ਤੇ ਦਿਮਾਗ ਵਿੱਚ ਕੰਮ ਕਰਨ ਵਾਲਾ ਨਰਵ ਟਿਸ਼ੂ ਹੁੰਦਾ ਆਪਣੇ ਕੋਲ ਜਿਹਦੀ ਡਾਇਗਰਾਮ ਇਸ ਪ੍ਰਕਾਰ ਹੈ ਆਪਣੇ ਕੋਲ। ਠੀਕ ਆ। ਤਾਂ ਇਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਕੁਐਸਚਨ ਪੇਪਰ ਤੇ ਲੈ ਕੇ ਚੱਲਦੇ ਹਾਂ ਤੇ ਦੇਖੋ ਆਪਾਂ ਤੁਹਾਨੂੰ ਸਾਰੇ ਕੁਐਸਚਨ ਪੇਪਰ ਹੱਲ ਕਰਾਇਆ। ਇੱਥੋਂ ਵੀ ਸਾਰਾ ਆ ਵੀ ਸਾਰਾ ਹੀ A to Z ਪੇਪਰ ਜਿਹੜਾ ਤੁਹਾਨੂੰ ਸੋਲਵ ਕਰਵਾਇਆ ਗਿਆ ਹੈ। ਕੋਈ ਵੀ ਚੀਜ਼ ਇੱਥੋਂ ਵੀ ਨਹੀਂ ਛੱਡੀ ਗਈ, ਸਾਰਾ ਹੀ ਕਰਵਾਇਆ। ਠੀਕ ਆ। ਉੱਪਰ ਵੀ ਤੁਹਾਨੂੰ ਸਾਰੇ ਪੇਪਰ ਕਰਾਇਆ। ਸੋ ਮੈਨੂੰ ਉਮੀਦ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਓਗੇ ਜੀ।